ਸਤਿ ਸ੍ਰੀ ਅਕਾਲ। ਮੈਂ ਸਿਕੰਦਰ ਸਿੰਘ, ਕੰਪਿਊਟਰ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਖੀਰਾ, ਜ਼ਿਲ੍ਹਾ ਤਰਨਤਾਰਨ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਮਾਤ 7ਵੀਂ ਵਿਸ਼ਾ ਕੰਪਿਊਟਰ ਸਾਇੰਸ ਦਾ ਪਾਠ 1 ਜੋ ਟੱਚ ਟਾਈਪਿੰਗ ਨਾਲ ਸੰਬੰਧਿਤ ਹੈ ਉਸ ਬਾਰੇ ਗੱਲ ਕਰਾਂਗੇ। ਇਸ ਪਾਠ ਵਿੱਚ ਆਪਾਂ ਸਿੱਖਾਂਗੇ ਕਿ ਟੱਚ ਟਾਈਪਿੰਗ ਕੀ ਹੈ, ਟੱਚ ਟਾਈਪਿੰਗ ਕਰਨ ਦਾ ਉਦੇਸ਼ ਕੀ ਹੈ ਔਰ ਟੱਚ ਟਾਈਪਿੰਗ ਸਿੱਖਣ ਦਾ ਤਰੀਕਾ ਕੀ ਹੈ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਟੱਚ ਟਾਈਪਿੰਗ ਹੁੰਦੀ ਕੀ ਹੈ ਜੀ। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਜਿਹੜਾ ਕੀਬੋਰਡ ਨੂੰ ਬਿਨਾਂ ਦੇਖੇ ਅਸੀਂ ਪੜਾਅ ਦਰ ਪੜਾਅ ਆਪਣੀਆਂ ਸਾਰੀਆਂ ਉਂਗਲਾਂ ਦਾ ਇਸਤੇਮਾਲ ਕਰਕੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ। ਵੈਸੇ ਜੇਕਰ ਅਸੀਂ ਕੀਬੋਰਡ ਨੂੰ ਦੇਖ ਕੇ ਇੱਕ ਇੱਕ ਕੀ ਨੂੰ ਲੱਭ ਕੇ ਟਾਈਪ ਕਰਦੇ ਹਾਂ ਤਾਂ ਜਿਹੜੀ ਸਾਡੀ ਟਾਈਪਿੰਗ ਸਪੀਡ ਆ ਉਹ ਬਹੁਤ ਘੱਟ ਜਾਂਦੀ ਆ। ਸੋ ਜਿਹੜੀ ਟੱਚ ਟਾਈਪਿੰਗ ਆ ਉਹ ਇੱਕ ਤਕਨੀਕ ਆ ਜਿਹਦੀ ਮਦਦ ਦੇ ਨਾਲ ਅਸੀਂ ਕੀਬੋਰਡ ਨੂੰ ਬਿਨਾਂ ਵੇਖੇ ਤੇਜ਼ੀ ਨਾਲ ਟਾਈਪਿੰਗ ਕਰ ਸਕਦੇ ਹਾਂ। ਔਰ ਟੱਚ ਟਾਈਪਿੰਗ ਕਰਨ ਲਈ ਜਿਹੜਾ ਵਰਚੁਅਲੀ ਆਪਾਂ ਕੀਬੋਰਡ ਨੂੰ ਦੋ ਭਾਗਾਂ 'ਚ ਵੰਡ ਲੈਂਦੇ ਹਾਂ, ਇੱਕ ਖੱਬਾ ਪਾਸਾ ਔਰ ਇੱਕ ਸੱਜਾ ਪਾਸਾ। ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਜੇ ਕਿ ਖੱਬਾ ਪਾਸਾ ਜਿਹੜਾ ਉਹਦੇ 'ਚ ਕੀਬੋਰਡ ਦੀਆਂ ਕੁਝ ਕੀਜ਼ ਨੂੰ ਖੱਬੇ ਪਾਸੇ ਰੱਖਿਆ ਜਾਂਦਾ ਵਾ ਔਰ ਜਿਹੜਾ ਸੱਜਾ ਪਾਸਾ ਉਹਦੇ 'ਚ ਕੀਬੋਰਡ ਦੀ ਜਿਹੜੇ ਕੁਝ ਕੀਜ਼ ਨੇ ਉਹਨਾਂ ਨੂੰ ਸੱਜੇ ਪਾਸੇ ਰੱਖਿਆ ਜਾਂਦਾ। ਔਰ ਇਸੇ ਵੰਡ ਦੇ ਮੁਤਾਬਕ ਹੀ ਜਿਹੜਾ ਵਾ ਆਪਾਂ ਆਪਣੇ ਉਂਗਲਾਂ ਦੀ ਸਥਿਤੀ ਦੇਖਣੀ ਹੈ ਕਿ ਜਿਹੜਾ ਲੈਫਟ ਹੈਂਡ ਆ ਉਹਦੀਆਂ ਜਿਹੜੀਆਂ ਉਂਗਲਾਂ ਉਹ ਲੈਫਟ ਭਾਗ ਨੂੰ ਜਿਹੜਾ ਵਰਤਣਗੀਆਂ ਔਰ ਜਿਹੜਾ ਰਾਈਟ ਹੈਂਡ ਆ ਉਹਦੀਆਂ ਉਂਗਲਾਂ ਕੀਬੋਰਡ ਦੇ ਰਾਈਟ ਜਿਹੜਾ ਪਾਰਟ ਆ ਜਿਹੜਾ ਸੱਜਾ ਭਾਗ ਆ ਉਹਨੂੰ ਵਰਤਣਗੀਆਂ। ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਜੇ ਕਿ ਕੀਬੋਰਡ ਨੂੰ ਜਿਹੜਾ ਵਰਚੁਅਲੀ ਆਪਾਂ ਵੰਡ ਲਿਆ ਵਾ ਔਰ ਹੱਥਾਂ ਦੀ ਜਿਹੜੀ ਸਥਿਤੀ ਆ ਉਂਗਲਾਂ ਦੀ ਸਥਿਤੀ ਆ ਉਹ ਇਸ ਤਰ੍ਹਾਂ ਰਹੇਗੀ। ਅੱਗੇ ਆਪਾਂ ਦੇਖਾਂਗੇ ਕਿ ਕੀਬੋਰਡ ਦੇ ਉੱਤੇ ਇੱਕ ਹੋਮ ਰੋ ਹੁੰਦੀ ਆ ਜਿਹੜੀ ਬਿਲਕੁਲ ਸੈਂਟਰ ਦੇ ਵਿੱਚ ਹੁੰਦੀ ਹੈ, ਜਿਹਦੇ ਉੱਪਰ ASDFGHJKL ਕੋਲਨ ਔਰ ਸੈਮੀ ਕੋਲਨ ਵਗੈਰਾ ਦਿੱਤੇ ਹੁੰਦੇ ਆ। ਇਹ ਇੱਕ ਇੰਪੋਰਟੈਂਟ ਰੋ ਹੈਗੀ ਆ। ਜਦੋਂ ਵੀ ਤੁਸੀਂ ਟਾਈਪਿੰਗ ਕਰੋਗੇ ਤੁਹਾਡੇ ਹੱਥਾਂ ਦੀ ਜਿਹੜੀ ਪੋਜੀਸ਼ਨ ਆ, ਤੁਹਾਡੀ ਫਿੰਗਰਸ ਦੀ ਜਿਹੜੀ ਪੋਜੀਸ਼ਨ ਆ ਉਹ ਹੋਮ ਰੋ ਦੇ ਉੱਪਰ ਹੀ ਰਹੇਗੀ। ਇਸ ਤੋਂ ਉੱਪਰਲੀ ਲਾਈਨ ਹੁੰਦੀ ਹੈ ਜਿਹਨੂੰ ਅੱਪਰ ਰੋ ਕਹਿੰਦੇ ਆ ਜਾਂ ਦੂਜੀ ਲਾਈਨ ਕਹਿੰਦੇ ਆ, ਜਿਹਦੇ ਉੱਪਰ QWERTYUIOP ਵਗੈਰਾ ਲੈਟਰਸ ਜਿਹੜੇ ਆ ਉਹ ਦਿੱਤੇ ਹੁੰਦੇ ਆ। ਇਹ ਵੀ ਜਿਹੜੀ ਆ ਇੱਕ ਤੁਹਾਡੇ ਮਨ 'ਚ ਬਿਠਾ ਲੈਣੀ ਆ ਕਿ ਇਹ ਜਿਹੜੀਆਂ ਇਹ ਜਿਹੜੇ ਲੈਟਰਸ ਆ ਉੱਪਰਲੀ ਲਾਈਨ ਦੇ ਵਿੱਚ ਹੈਗੇ। ਇਹ ਸਿਮਿਲਰਲੀ ਜਿਹੜੀ ਆ ਇੱਕ ਤੀਜੀ ਲਾਈਨ ਜਾਂ ਬਾਟਮ ਰੋ ਹੁੰਦੀ ਆ ਜਿਹਦੇ ਉੱਪਰ ZXCVBNM ਕੌਮਾ ਫੁੱਲ ਸਟਾਪ ਔਰ ਕੁਐਸਚਨ ਮਾਰਕ ਦਿੱਤੇ ਹੁੰਦੇ ਆ। ਸੋ ਇਸੇ ਹਿਸਾਬ ਦੇ ਨਾਲ ਆਪਾਂ ਦੇਖਾਂਗੇ ਕਿ ਜਿਹੜੀ ਹੋਮ ਰੋ ਆ ਔਰ ਕੀਬੋਰਡ ਦੀ ਡਿਵੀਜ਼ਨ ਦੇ ਹਿਸਾਬ ਨਾਲ ਜਿਹੜੀ ਤੁਹਾਡੇ ਉਂਗਲਾਂ ਦੀ ਸਥਿਤੀ ਕੀ ਰਹੂਗੀ। ਜਿਵੇਂ ਤੁਸੀਂ ਹੋਮ ਰੋ ਤਾਂ ਆਪਣੀ ਸਕਰੀਨ ਤੇ ਦੇਖ ਰਹੇ ਜੇ, ਇਹਦੇ ਵਿੱਚ ਜਿਹੜਾ A ਲੈਟਰ ਹੈਗਾ ਵਾ ਇਹ ਤੁਹਾਡੀ ਜਿਹੜੀ ਛੋਟੀ ਉਂਗਲੀ ਜਿਹਨੂੰ ਚੀਚੀ ਵੀ ਬੋਲਦੇ ਆ ਉਹਦੇ ਨਾਲ ਪ੍ਰੈਸ ਹੋਊਗਾ ਔਰ ਜਿਹੜਾ ਤੁਹਾਡੀ ਰਿੰਗ ਫਿੰਗਰ ਆ ਲੈਫਟ ਹੈਂਡ ਦੀ ਉਹਦੇ ਨਾਲ ਤੁਸੀਂ S ਪ੍ਰੈਸ ਕਰੋਗੇ ਔਰ ਜਿਹੜੀ ਹੈਗੀ ਆ ਤੁਹਾਡੀ ਮਿਡਲ ਫਿੰਗਰ ਲੈਫਟ ਹੈਂਡ ਦੀ ਉਹਦੇ ਨਾਲ ਤੁਸੀਂ D ਪ੍ਰੈਸ ਕਰੋਗੇ ਔਰ ਇੰਡੈਕਸ ਫਿੰਗਰ ਦੇ ਨਾਲ F ਔਰ ਜਿਹੜੀ ਹੈ G ਪ੍ਰੈਸ ਕੀਤੀ ਜਾਊਗੀ। ਅੱਗੇ ਤੁਸੀਂ ਜਿਹੜਾ ਸਪੇਸ ਦੇਣੀ ਹੈ, ਸਪੇਸ ਬਾਰ ਯੂਜ਼ ਕਰਨਾ, ਉਹ ਤੁਸੀਂ ਥੰਬ ਨਾਲ ਯੂਜ਼ ਕਰਨਾ ਵਾ। ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਲੈਫਟ ਹੈਂਡ ਦੇ ਥੰਬ ਨਾਲ ਯੂਜ਼ ਕਰਨਾ ਚਾਹੁੰਦੇ ਜੇ ਜਾਂ ਰਾਈਟ ਹੈਂਡ ਦੇ ਨਾਲ, ਪਰ ਜਿਹੜੇ ਨਾਲ ਵੀ ਕਰੋਗੇ ਹਮੇਸ਼ਾ ਉਸੇ ਨਾਲ ਹੀ ਕਰਨਾ, ਉਸੇ ਦੀ ਹੀ ਆਦਤ ਪਾਉਣੀ ਹੈ। ਔਰ ਇਸੇ ਤਰ੍ਹਾਂ ਹੀ ਆਪਾਂ ਸੱਜੇ ਹੱਥ ਦਾ ਅਗਰ ਦੇਖਦੇ ਹਾਂ ਔਰ ਸੱਜੇ ਹੱਥ ਦੀ ਜਿਹੜੀ ਤੁਹਾਡੀ ਇੰਡੈਕਸ ਫਿੰਗਰ ਆ ਉਹ J ਪ੍ਰੈਸ ਕਰੇਗੀ, ਮਿਡਲ ਫਿੰਗਰ K ਪ੍ਰੈਸ ਕਰੇਗੀ, ਰਿੰਗ ਫਿੰਗਰ ਜਿਹੜੀ ਆ ਰਾਈਟ ਹੈਂਡ ਦੀ L ਪ੍ਰੈਸ ਕਰੇਗੀ ਔਰ ਛੋਟੀ ਉਂਗਲੀ ਜਿਹੜੀ ਆ ਉਹ ਕੋਲਨ ਤੇ ਸੈਮੀ ਕੋਲਨ ਵਗੈਰਾ ਜਿਹੜੀ ਪ੍ਰੈਸ ਕਰੇਗੀ ਔਰ ਜਿਹੜੀ ਤੁਹਾਡੀ ਇੰਡੈਕਸ ਫਿੰਗਰ ਆ ਉਹ H ਵੀ ਪ੍ਰੈਸ ਕਰੇਗੀ, J ਔਰ H ਪ੍ਰੈਸ ਕਰੇਗੀ। ਅੱਗੇ ਆਪਾਂ ਦੇਖਾਂਗੇ ਕਿ ਦੋਵਾਂ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਵਾ ਉਹ ਹੋਮ ਰੋ ਤੇ ਕਿੱਦਾਂ ਕਿਹੜੇ ਲੈਟਰ ਉਹਨਾਂ ਨੂੰ ਅਸਾਈਨ ਹੋਏ ਆ। ਜਿਵੇਂ ਛੋਟੀ ਉਂਗਲੀ A ਪ੍ਰੈਸ ਕਰੇਗੀ, ਰਿੰਗ ਫਿੰਗਰ ਜਿਹੜੀ ਆ ਲੈਫਟ ਹੈਂਡ ਦੀ ਉਹ S ਪ੍ਰੈਸ ਕਰੇਗੀ, ਮਿਡਲ ਫਿੰਗਰ D ਪ੍ਰੈਸ ਕਰੇਗੀ, ਇੰਡੈਕਸ ਫਿੰਗਰ ਜਾਂ ਪਹਿਲੀ ਉਂਗਲੀ ਜਿਹਨੂੰ ਕਹਿੰਦੇ ਆ ਉਹ F ਤੇ G ਪ੍ਰੈਸ ਕਰੇਗੀ। ਇਹ ਸਿਰਫ ਆਪਾਂ ਹੋਮ ਰੋ ਦੀ ਅਜੇ ਗੱਲ ਕਰ ਰਹੇ ਹਾਂ। ਔਰ ਇੱਦਾਂ ਹੀ ਸੱਜਾ ਹੱਥ ਜਿਹੜਾ ਉਹਦੀ ਛੋਟੀ ਉਂਗਲੀ ਜਿਹੜੀ ਆ ਸੈਮੀ ਕੋਲਨ ਪ੍ਰੈਸ ਕਰੇਗੀ ਔਰ ਰਿੰਗ ਫਿੰਗਰ ਜਿਹੜੀ ਉਹ L ਪ੍ਰੈਸ ਕਰੇਗੀ, ਮਿਡਲ ਫਿੰਗਰ K ਪ੍ਰੈਸ ਕਰੇਗੀ ਔਰ ਇੰਡੈਕਸ ਫਿੰਗਰ ਜਿਹੜੀ J ਔਰ H ਨੂੰ ਪ੍ਰੈਸ ਕਰੇਗੀ। ਅੱਗੇ ਆਪਾਂ ਦੇਖਦੇ ਅਗਰ ਉੱਪਰਲੀ ਜਿਹੜੀ ਰੋ ਆ ਜਿਹਨੂੰ ਦੂਜੀ ਲਾਈਨ ਵੀ ਬੋਲਦੇ ਆਪਾਂ ਸੈਕਿੰਡ ਰੋ, ਉਹਦੇ 'ਚ ਜਿਹੜੀ ਆ ਤੁਹਾਡੇ ਉਂਗਲਾਂ ਦੀ ਸਥਿਤੀ ਕੀ ਹੋਏਗੀ। ਛੋਟੀ ਉਂਗਲੀ ਹੈ ਜਿਹੜੀ ਹੋਮ ਰੋ ਤੇ ਜਿਹੜੀ A ਪ੍ਰੈਸ ਕਰਦੀ ਸੀ ਉਹ ਉੱਪਰਲੀ ਲਾਈਨ 'ਚ Q ਪ੍ਰੈਸ ਕਰੇਗੀ ਔਰ ਰਿੰਗ ਫਿੰਗਰ W ਪ੍ਰੈਸ ਕਰੇਗੀ, ਮਿਡਲ ਫਿੰਗਰ E ਪ੍ਰੈਸ ਕਰੇਗੀ, ਇੰਡੈਕਸ ਫਿੰਗਰ ਜਿਹੜੀ ਆ R ਔਰ T ਪ੍ਰੈਸ ਕਰੇਗੀ। ਸਿਮਿਲਰਲੀ ਜਿਹੜਾ ਤੁਹਾਡਾ ਰਾਈਟ ਹੈਂਡ ਹੈਗਾ
ਉਹਦੀ ਜਿਹੜੀ ਛੋਟੀ ਉਂਗਲੀ ਜਿਹਨੂੰ ਚੀਚੀ ਬੋਲਦੇ ਆਪਾਂ ਉਹ ਪੀ ਪ੍ਰੈਸ ਕਰੇਗੀ ਉੱਪਰ ਜਾ ਕੇ ਥੋੜ੍ਹਾ ਜਿਹਾ। ਇਵੇਂ ਰਿੰਗ ਫਿੰਗਰ ਜਿਹੜੀ ਆ ਉਹ ਉੱਪਰੋਂ O ਪ੍ਰੈਸ ਕਰੇਗੀ, ਮਿਡਲ ਫਿੰਗਰ I ਪ੍ਰੈਸ ਕਰੇਗੀ ਔਰ ਇੰਡੈਕਸ ਫਿੰਗਰ ਜਿਹੜੀ U ਔਰ Y ਪ੍ਰੈਸ ਕਰੇਗੀ। ਸਿਮਿਲਰਲੀ ਅੱਗੇ ਆਪਾਂ ਦੇਖਾਂਗੇ ਕਿ ਜਿਹੜੀਆਂ ਦੋਨਾਂ ਹੱਥਾਂ ਦੀਆਂ ਉਂਗਲਾਂ ਵਾ ਉਹ ਨੀਚੇ ਵਾਲੀ ਰੋ ਜਿਹਨੂੰ ਤੀਜੀ ਰੋ ਜਾਂ ਬਾਟਮ ਰੋ ਕਹਿੰਦੇ ਆ ਉਹਦੇ 'ਚ ਜਿਵੇਂ ਹੁਣ ਛੋਟੀ ਉਂਗਲੀ ਹੀ ਖੱਬੇ ਹੱਥ ਦੀ ਉਹ A ਪ੍ਰੈਸ ਕਰਦੀ ਸੀ ਹੋਮ ਰੋ 'ਤੇ ਔਰ ਉੱਪਰ ਜਿਹੜੀ Q ਪ੍ਰੈਸ ਕਰਦੀ ਸੀ, ਇਸ ਕਰਕੇ ਉਹੀ ਉਂਗਲੀ ਜਿਹੜੀ ਆ ਨੀਚੇ Z ਪ੍ਰੈਸ ਕਰੇਗੀ ਜਿਹਨੂੰ Z ਵੀ ਬੋਲਦੇ ਆਪਾਂ। ਔਰ ਜਿਹੜੀ ਤੁਹਾਡੀ ਰਿੰਗ ਫਿੰਗਰ ਆ ਲੈਫਟ ਹੈਂਡ ਦੀ ਉਹ X ਪ੍ਰੈਸ ਕਰੇਗੀ, ਮਿਡਲ ਫਿੰਗਰ C ਪ੍ਰੈਸ ਕਰੇਗੀ, ਇੰਡੈਕਸ ਫਿੰਗਰ V ਔਰ B ਪ੍ਰੈਸ ਕਰੇਗੀ। ਸਿਮਿਲਰਲੀ ਜਿਹੜਾ ਰਾਈਟ ਹੈਂਡ ਹੈਗਾ ਉਹਦਾ ਜਿਹੜੀ ਛੋਟੀ ਉਂਗਲੀ ਆ ਸਲੈਸ਼ ਪ੍ਰੈਸ ਕਰੇਗੀ, ਰਿੰਗ ਫਿੰਗਰ ਫੁੱਲ ਸਟਾਪ ਪ੍ਰੈਸ ਕਰੇਗੀ, ਮਿਡਲ ਫਿੰਗਰ ਕੋਮਾ ਔਰ ਇੰਡੈਕਸ ਫਿੰਗਰ ਜਿਹੜੀ ਉਹ M ਅਤੇ N ਪ੍ਰੈਸ ਕਰੇਗੀ। ਇਸੇ ਤਰ੍ਹਾਂ ਤੁਸੀਂ ਤਾਂ ਆਪਣੀ ਸਕਰੀਨ ਤੇ ਦੇਖ ਸਕਦੇ ਜੇ ਕਿ ਤੁਹਾਡੀਆਂ ਜਿਹੜੀਆਂ ਉਂਗਲਾਂ ਆ ਦੋਨਾਂ ਹੱਥਾਂ ਦੀਆਂ ਉਹਨਾਂ ਨੂੰ ਲੈਟਰਸ ਅਸਾਈਨ ਹੋ ਚੁੱਕੇ ਆ। ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਕੀਬੋਰਡ ਦੀ ਪੋਜੀਸ਼ਨ ਦੇ ਹਿਸਾਬ ਨਾਲ ਜਿਹੜਾ ਖੱਬੇ ਹੱਥ ਦੀਆਂ ਉਂਗਲਾਂ ਨੇ ਆਹ ਵਾਲੇ ਲੈਟਰ ਪ੍ਰੈਸ ਕਰਨੇ ਜੋ ਤੁਹਾਡੀ ਸਕਰੀਨ ਤੇ ਤੁਹਾਨੂੰ ਦਿਸ ਰਿਹਾ ਆ, ਹਰ ਇੱਕ ਉਂਗਲ ਨੂੰ ਜਿਹੜੇ ਅਸਾਈਨ ਹੋ ਚੁੱਕੇ ਆ। ਔਰ ਇਦਾਂ ਹੀ ਰਾਈਟ ਹੈਂਡ ਦੇ ਤੇ ਤੁਸੀਂ ਇੱਕ ਗੱਲ ਨੋਟਿਸ ਕਰੋਗੇ ਕਿ ਤੁਹਾਡੀ ਜਿਹੜੀ ਇੰਡੈਕਸ ਫਿੰਗਰ ਆ ਜਿਹੜੀ ਪੁਆਇੰਟਿੰਗ ਫਿੰਗਰ ਆ ਦੋਨਾਂ ਹੱਥਾਂ ਦੀਆਂ ਉਹਨਾਂ ਨੂੰ 6 ਲੈਟਰ ਜਿਹੜੇ ਆ ਅਸਾਈਨ ਹੋਏ ਆ, ਕਿਉਂਕਿ ਉਹਦੀ ਮੂਵਮੈਂਟ ਈਜ਼ੀਲੀ ਜ਼ਿਆਦਾ ਤੌਰ ਤੇ ਉੱਪਰ ਅੱਗੇ ਪਿੱਛੇ ਉੱਪਰ ਨੀਚੇ ਈਜ਼ੀਲੀ ਕਰ ਸਕਦੇ, ਇਸ ਕਰਕੇ ਜਿਹੜਾ ਵਾ ਉਹਨੂੰ ਜ਼ਿਆਦਾ ਲੈਟਰਸ ਅਸਾਈਨ ਹੋਏ ਆ। ਸੈਕਿੰਡਲੀ ਜਿਹੜਾ ਸਪੇਸ ਬਾਰ ਹੈ ਉਹ ਇੱਕ ਥੰਬ ਨਾਲ ਪ੍ਰੈਸ ਕਰਨਾ, ਜਿਹੜਾ ਵੀ ਤੁਸੀਂ ਚੂਜ਼ ਕਰੋਗੇ ਹਮੇਸ਼ਾ ਉਸੇ ਦੇ ਨਾਲ ਹੀ ਕਰਨਾ ਔਰ ਤੁਹਾਨੂੰ ਉਸੇ ਦੇ ਹੀ ਜਿਹੜੀ ਆਦਤ ਪੈ ਜਾਏਗੀ। ਅੱਗੇ ਆਪਾਂ ਦੇਖਾਂਗੇ ਕਿ ਪੰਜਾਬੀ ਟਾਈਪਿੰਗ ਕਿਵੇਂ ਕਰਨੀ ਆ। ਜਿਹੜੀ ਸਥਿਤੀ ਤੁਹਾਨੂੰ ਮੈਂ ਉਂਗਲਾਂ ਦੀ ਇੰਗਲਿਸ਼ ਭਾਸ਼ਾ ਦੇ ਵਿੱਚ ABC ਦੇ ਵਿੱਚ ਦੱਸੀ ਆ, ਸਿਮਿਲਰ ਸਥਿਤੀ ਜਿਹੜੀ ਉਂਗਲਾਂ ਦੀ ਦੇ ਨਾਲ ਤੁਸੀਂ ਜਿਹੜੀ ਪੰਜਾਬੀ ਟਾਈਪਿੰਗ ਕਰ ਸਕਦੇ ਜੇ। ਪੰਜਾਬੀ ਟਾਈਪਿੰਗ ਕਰਨ ਲਈ ਜਿਹੜਾ ਅਨਮੋਲ ਲਿਪੀ ਫੌਂਟ ਆ ਉਹ ਵਰਤਿਆ ਜਾਂਦਾ। ਵੈਸੇ ਕਾਫੀ ਸਾਰੇ ਫੌਂਟਸ ਅਵੇਲੇਬਲ ਆ, ਬਟ ਜਿਹੜਾ ਅਨਮੋਲ ਲਿਪੀ ਫੌਂਟ ਆ ਇਹ ਕਾਫੀ ਆਸਾਨ ਆ। ਜੋ ਬਿਗਨਰਸ ਆ ਜਿਨ੍ਹਾਂ ਨੇ ਨਵਾਂ ਪੰਜਾਬੀ ਟਾਈਪਿੰਗ ਸਿੱਖਣੀ ਆ ਉਹਨਾਂ ਵਾਸਤੇ ਅਨਮੋਲ ਲਿਪੀ ਫੌਂਟ ਜਿਹੜਾ ਕਾਫੀ ਆਸਾਨ ਰਹਿ ਜਾਂਦਾ ਵਾ। ਸੋ ਅੱਗੇ ਆਪਾਂ ਦੇਖਾਂਗੇ ਕਿ ਅਨਮੋਲ ਲਿਪੀ ਜਿਹੜਾ ਕੀ ਮੈਪ ਆ ਉਹਦੇ ਉੱਤੇ ਕਿਹੜੇ ਅੱਖਰ ਕਿਹੜੇ ਕੀ ਦੇ ਉੱਤੇ ਹੈਗੇ ਆ। ਜਿਵੇਂ ਤੁਸੀਂ ਵੇਖਿਆ ਸੀ ASDF ਜਿਹੜੀ ਹੋਮ ਰੋ ਆ ਉਹਦੇ ਉੱਤੇ ਤੁਸੀਂ ਵੇਖ ਸਕਦੇ ਜੇ ਆਪਣੀ ਸਕਰੀਨ ਤੇ ਕਿ ਊੜਾ, ਸੱਸਾ, ਦੱਦਾ ਔਰ ਡੱਡਾ ਐਵੇਂ ਸ਼ੋ ਕੀਤਾ। ਐਵੇਂ ਤੁਸੀਂ ਛੋਟੀ ਉਂਗਲੀ ਨਾਲ ਊੜਾ ਦਬਾਓਗੇ ਔਰ ਰਿੰਗ ਫਿੰਗਰ ਨਾਲ ਜਿਹੜੀ ਖੱਬੇ ਹੱਥ ਦੀ ਹੈ ਸੱਸਾ ਦਬਾਓਗੇ ਔਰ ਮਿਡਲ ਫਿੰਗਰ ਨਾਲ ਦੱਦਾ ਦਬਾਓਗੇ ਔਰ ਜਿਹੜੀ ਤੁਹਾਡੀ ਇੰਡੈਕਸ ਫਿੰਗਰ ਹੈ ਖੱਬੇ ਹੱਥ ਦੀ ਉਹਦੇ ਨਾਲ ਡੱਡਾ ਦਬਾਓਗੇ। ਤੁਸੀਂ ਇੱਕ ਦੇਖ ਰਹੇ ਹੋਗੇ ਕਿ ਉੱਪਰ ਵੀ ਜਿਹੜਾ ਵਾ ਕੁਝ ਲੈਟਰਸ ਆ, ਇੱਕ ਹੀ ਬਟਨ ਦੇ ਉੱਤੇ ਦੋ ਲੈਟਰਸ ਆ ਔਰ ਇਹਦੇ 'ਚ ਜਿਹੜੇ ਉੱਪਰਲੇ ਲੈਟਰ ਆ ਉਹਨਾਂ ਨੂੰ ਤੁਸੀਂ ਸ਼ਿਫਟ ਕੀ ਦਬਾ ਕੇ ਯੂਜ਼ ਕਰ ਸਕਦੇ ਹੋ। ਸਿੰਪਲੀ ਅਗਰ ਤੁਸੀਂ A ਵਾਲਾ ਬਟਨ ਦਬਾਓਗੇ ਤਾਂ ਊੜਾ ਪਏਗਾ ਜਦੋਂ ਤੁਸੀਂ ਅਨਮੋਲ ਲਿਪੀ ਫੌਂਟ ਸਿਲੈਕਟ ਕੀਤੇ ਹੋਣਗੇ, ਬਟ ਅਗਰ ਤੁਸੀਂ ਸ਼ਿਫਟ ਜਿਹੜੀ ਕੀ ਦਬਾ ਕੇ ਉਹ A ਨੂੰ ਦਬਾਓਗੇ ਤਾਂ ਐੜਾ ਅੱਖਰ ਪਏਗਾ। ਇੱਦਾਂ ਤੁਸੀਂ ਇਹ ਜਿਹੜਾ ਕੀ ਮੈਪ ਹੈ ਇਹਦਾ ਪ੍ਰਿੰਟ ਆਊਟ ਲੈ ਸਕਦੇ ਜੇ ਔਰ ਇਹਦੇ ਤੋਂ ਤੁਸੀਂ ਆਪਣੀ ਪੰਜਾਬੀ ਭਾਸ਼ਾ ਦੀ ਪ੍ਰੈਕਟਿਸ ਕਰ ਸਕਦੇ ਜੇ। ਔਰ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਆ ਇੰਗਲਿਸ਼ ਦੇ ਅੱਖਰਾਂ ਦੀ ਥੋੜ੍ਹੀ ਜਿਹੀ ਪ੍ਰੈਕਟਿਸ ਹੋਏਗੀ, ਉਸ ਤੋਂ ਬਾਅਦ ਹੀ ਤੁਸੀਂ ਇਹ ਜਿਹੜੀ ਅਨਮੋਲ ਲਿਪੀ ਕੀ ਫੌਂਟ ਜਿਹੜਾ ਵਾ ਯੂਜ਼ ਕਰ ਸਕਦੇ ਜੇ। ਔਰ ਬਾਕੀ ਅਭਿਆਸ ਕਰੋਗੇ ਤਾਂ ਤੁਹਾਨੂੰ ਈਜ਼ੀਲੀ ਜਿਹੜਾ ਦੋਨੋਂ ਭਾਸ਼ਾਵਾਂ ਇੰਗਲਿਸ਼ ਔਰ ਪੰਜਾਬੀ ਆ ਜਾਏਗੀ। ਔਰ ਅੱਗੇ ਦੇਖਾਂਗੇ ਟਾਈਪਿੰਗ ਸਪੀਡ ਵਧਾਉਣ ਲਈ ਜਿਹੜੀਆਂ ਕੁਝ ਹਦਾਇਤਾਂ ਵਾ, ਜਿਵੇਂ ਕਿ ਸਾਡੇ ਹੱਥ ਤੇ ਉਂਗਲਾਂ ਦੀ ਜਿਹੜੀ ਸਥਿਤੀ ਆ ਉਹ ਹਮੇਸ਼ਾ ਹੋਮ ਰੋ 'ਤੇ ਹੋਣੀ ਚਾਹੀਦੀ। ਜੋ ਸੈਂਟਰ ਵਾਲੀ ਲਾਈਨ ਜਿਹੜੀ ਤੁਹਾਨੂੰ ਦੱਸੀ ਆ A ਵਾਲੀ, A ਜਿੱਥੋਂ ਸ਼ੁਰੂ ਹੁੰਦੀ ਆ ਉਹਦੇ 'ਤੇ ਹੀ ਹਮੇਸ਼ਾ ਰੱਖਣੀਆਂ ਚਾਹੀਦੀਆਂ ਆਪਣੀਆਂ ਉਂਗਲਾਂ ਦੀ ਪੋਜੀਸ਼ਨ। ਉਸ ਤੋਂ ਹੀ ਉੱਪਰ ਔਰ ਨੀਚੇ ਵਾਲੀ ਰੋ ਫਿਰ ਯੂਜ਼ ਕਰਕੇ ਵਾਪਸ ਤੁਸੀਂ ਹੋਮ ਰੋ 'ਤੇ ਹੀ ਆ ਜਾਣਾ ਵਾ। ਸਾਨੂੰ ਰਫਤਾਰ ਨਾਲ ਜਿਹੜਾ ਆਪਣਾ ਸਹੀ ਕੀ ਦਬਾਉਣ ਵੱਲ ਧਿਆਨ ਦੇਣਾ ਚਾਹੀਦਾ, ਮਤਲਬ ਕਿ ਕੋਸ਼ਿਸ਼ ਕਰਨੀ ਕਿ ਜੋ ਪ੍ਰੈਕਟਿਸ ਕਰਦੇ ਉਦੋਂ ਸਲੋ ਚਾਹੇ ਕਰੋ, ਬਟ ਜਿਹੜਾ ਗਲਤੀ ਕਰਨ ਦੀ ਗੁੰਜਾਇਸ਼ ਨਾ ਰੱਖੋ, ਗਲਤੀ ਨਾ ਕਰੋ ਚਾਹੇ ਜਿੰਨਾ ਵੀ ਸਲੋ ਟਾਈਪਿੰਗ ਕਰੋ। ਅਤੇ ਕੀਬੋਰਡ ਵੱਲ ਕੋਸ਼ਿਸ਼ ਕਰੋ ਕਿ ਨਾ ਦੇਖੋ, ਸਿਰਫ ਆਪਣੇ ਮਨ 'ਚ ਦੇਖੋ ਕਿ ਕਿਹੜੀ ਉਂਗਲ 'ਤੇ ਕਿਹੜਾ ਲੈਟਰ ਆਉਂਦਾ ਵਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੋ। ਇੱਕ ਦੋ ਵਾਰ ਗਲਤ ਹੋਏਗਾ, ਬਟ ਜਿਵੇਂ ਤੁਹਾਡਾ ਅਭਿਆਸ ਹੋਏਗਾ ਤੁਸੀਂ ਈਜ਼ੀਲੀ ਜਿਹੜਾ ਉਹਨੂੰ ਪਛਾਣ ਕਰ ਸਕਦੇ ਜੇ ਬਿਨਾਂ ਕੀਬੋਰਡ ਨੂੰ ਵੇਖੇ। ਅਤੇ ਲਗਾਤਾਰ ਅਤੇ ਆਰਾਮ ਨਾਲ ਜਿਹੜਾ ਟਾਈਪਿੰਗ ਕਰਨ ਵੱਲ ਧਿਆਨ ਦਿਓ। ਇਹ ਨਹੀਂ ਕਿ ਥੋੜ੍ਹਾ ਜਿਹਾ ਟਾਈਮ ਪ੍ਰੈਕਟਿਸ ਕਰਕੇ ਫਿਰ ਉੱਠ ਜਾਓ। ਥੋੜ੍ਹੀ ਦੇਰ ਬੈਠੋਗੇ, ਲਗਾਤਾਰ ਕੰਮ ਕਰੋਗੇ ਤਾਂ ਤੁਹਾਨੂੰ ਜਿਹੜੀ ਪ੍ਰੈਕਟਿਸ ਹੋਏਗੀ। ਔਰ ਜਿਵੇਂ ਤੁਸੀਂ ਕੋਈ ਅੱਖਰ ਦਬਾਉਂਦੇ ਜੇ ਉਹਨੂੰ ਆਪਣੇ ਮਨ ਵਿੱਚ ਦੁਹਰਾਉਣ ਦੀ ਕੋਸ਼ਿਸ਼ ਕਰੋ। ਇਸ ਨਾਲ ਜਿਹੜਾ ਵਾ ਤੁਹਾਨੂੰ ਯਾਦ ਹੋ ਜਾਏਗਾ, ਤੁਹਾਡੇ ਬ੍ਰੇਨ 'ਚ ਇਹ ਗੱਲ ਬੈਠ ਜਾਏਗੀ ਕਿ ਕਿਹੜਾ ਲੈਟਰ ਕਿੱਥੇ ਆ, ਉਹ ਕਿਹੜੀ ਉਂਗਲ ਦੇ ਨਾਲ ਦਬਾਉਣਾ ਵਾ।
ਅੱਗੇ ਜਿਹੜਾ ਬੈਠਣ ਦਾ ਤਰੀਕਾ ਉਹ ਤੁਹਾਡਾ ਥੋੜ੍ਹਾ ਸਹੀ ਹੋਣਾ ਚਾਹੀਦਾ ਵਾ, ਤਾਂ ਕਿ ਤੁਹਾਡਾ ਜਿਹੜਾ ਪੋਸਚਰ ਖਰਾਬ ਨਾ ਹੋਵੇ। ਸਾਨੂੰ ਜਿਹੜਾ ਬਿਲਕੁਲ ਸਿੱਧੇ ਅਤੇ ਕੀਬੋਰਡ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ। ਜਿਹੜਾ ਤੁਹਾਡਾ ਕੀਬੋਰਡ ਆ ਉਹ ਤੁਹਾਡੇ ਸਾਹਮਣੇ ਹੋਣਾ ਚਾਹੀਦਾ, ਨਾ ਕਿ ਲੈਫਟ ਜਾਂ ਰਾਈਟ ਸਾਈਡ 'ਤੇ ਥੋੜ੍ਹਾ ਟੇਢੇ ਸਾਈਡ 'ਤੇ ਰੱਖਿਆ ਹੋਵੇ। ਔਰ ਜਿਹੜੇ ਤੁਹਾਡੇ ਪੈਰ ਆ ਜ਼ਮੀਨ 'ਤੇ ਲੱਗੇ ਹੋਣੇ ਚਾਹੀਦੇ ਆ। ਔਰ ਕੰਪਿਊਟਰ ਦਾ ਮੋਨੀਟਰ ਅੱਖਾਂ ਦੇ ਬਰਾਬਰ ਜਾਂ ਸਾਹਮਣੇ ਹੋਣਾ ਚਾਹੀਦਾ, ਬਿਲਕੁਲ ਨਾ ਜ਼ਿਆਦਾ ਦੂਰ ਹੋਣਾ ਚਾਹੀਦਾ, ਨਾ ਜ਼ਿਆਦਾ ਨੇੜੇ ਹੋਣਾ ਚਾਹੀਦਾ, ਔਰ ਨਾ ਹੀ ਉੱਪਰ ਜ਼ਿਆਦਾ ਹਾਈਟ 'ਤੇ ਹੋਣਾ ਚਾਹੀਦਾ, ਔਰ ਨਾ ਹੀ ਜ਼ਿਆਦਾ ਨੀਚੇ ਹੋਣਾ ਚਾਹੀਦਾ। ਔਰ ਲਗਾਤਾਰ ਜਿਹੜਾ ਟਾਈਪਿੰਗ ਕਰਨ ਲਈ ਜਿਹੜਾ ਤਣਾਅ ਤੋਂ ਬਚਣ ਲਈ ਕੋਈ ਸੁਝਾਅ ਦਿੱਤੇ ਆ ਜੋ ਤੁਸੀਂ ਆਪਣੀ ਸਕਰੀਨ 'ਤੇ ਪੜ੍ਹ ਸਕਦੇ ਜੇ। ਜਿਵੇਂ ਕਿ ਆਪਣੇ ਕੰਪਿਊਟਰ ਦੇ ਸਾਹਮਣੇ ਸਹੀ ਢੰਗ ਨਾਲ ਬੈਠੋ, ਸਾਡੀ ਸਕਰੀਨ ਸਾਡੇ ਤੋਂ 2 ਫੁੱਟ ਦੂਰ ਹੋਣੀ ਚਾਹੀਦੀ ਹੈ, ਔਰ ਸਾਡੀ ਜਿਹੜੀ ਕਾਪੀ ਹੈ ਜਿਸ ਤੋਂ ਵੇਖ ਕੇ ਆਪਾਂ ਟਾਈਪ ਕਰਨਾ ਉਹ ਵੀ ਸਾਹਮਣੇ ਹੀ ਹੋਣੀ ਚਾਹੀਦੀ ਹੈ। ਔਰ ਜੇਕਰ ਤੁਸੀਂ ਕੁਰਸੀ 'ਤੇ ਬੈਠ ਕੇ ਸਾਡੇ ਗੋਡੇ ਜਿਹੜੇ ਆ ਉਹ 90 ਡਿਗਰੀ 'ਤੇ ਮੁੜੇ ਹੋਏ ਆ ਅਤੇ ਪੈਰ ਜ਼ਮੀਨ 'ਤੇ ਸਿੱਧੇ ਹਨ, ਤਾਂ ਸਾਡੀ ਕੁਰਸੀ ਦੀ ਉਚਾਈ ਬਿਲਕੁਲ ਸਹੀ ਹੈ। ਆਪਣੇ ਕੀਬੋਰਡ ਨੂੰ ਇਸ ਤਰ੍ਹਾਂ ਸੈੱਟ ਕਰੋ ਕਿ ਉਹ ਬਿਲਕੁਲ ਸਿੱਧਾ ਅਤੇ ਪਿੱਛੋਂ ਥੋੜ੍ਹਾ ਜਿਹਾ ਜਿਹੜਾ ਉੱਠਿਆ ਹੋਣਾ ਚਾਹੀਦਾ, ਯਾਨੀ ਕਿ ਥੋੜ੍ਹਾ ਜਿਹਾ ਟਿਲਟ ਹੋਇਆ ਹੋਣਾ ਚਾਹੀਦਾ ਤੁਹਾਡੀ ਤਰਫ ਨੂੰ। ਔਰ ਟਾਈਪਿੰਗ ਕਰਦੇ ਸਮੇਂ ਜਿਹੜਾ ਆਪਣੇ ਗੁੱਟਾਂ ਨੂੰ ਸਿੱਧੇ ਰੱਖੋ ਅਤੇ ਕੂਹਣੀਆਂ ਨੂੰ 90 ਡਿਗਰੀ 'ਤੇ ਐਂਗਲ 'ਤੇ ਮੋੜੋ। ਯਾਨੀ ਕਿ ਜਿਹੜੇ ਤੁਸੀਂ ਜਦੋਂ ਟਾਈਪ ਕਰਨੀ ਆ ਗੁੱਟਾਂ ਨੂੰ ਰੱਖਣਾ ਨਹੀਂ ਆ, ਉਹਨਾਂ ਨੂੰ ਜਿਹੜਾ ਥੋੜ੍ਹਾ ਹਵਾ 'ਚ ਰੱਖਣਾ ਵਾ, ਉਹਨਾਂ ਨੂੰ ਰੈਸਟ 'ਤੇ ਨਹੀਂ ਰੱਖਣਾ। ਔਰ ਜਦੋਂ ਤੁਸੀਂ ਥੋੜ੍ਹਾ ਜਿਹਾ ਪੌਜ਼ ਕਰਦੇ ਜੇ, ਟਾਈਪਿੰਗ ਕਰਦੇ ਕਰਦੇ ਰੁਕਦੇ ਜੇ, ਉਦੋਂ ਤੁਸੀਂ ਗੁੱਟਾਂ ਨੂੰ ਆਰਾਮ ਦੇ ਸਕਦੇ ਜੇ। ਅਦਰਵਾਈਜ਼ ਤੁਸੀਂ ਇਹ ਨਹੀਂ ਕਿ ਗੁੱਟ ਰੱਖ ਕੇ ਅਤੇ ਫਿਰ ਉਂਗਲਾਂ ਦੇ ਮੂਵਮੈਂਟ ਕਰੋ, ਉਸ ਨਾਲ ਜਿਹੜਾ ਸਹੀ ਟਾਈਪਿੰਗ ਨਹੀਂ ਹੋਏਗੀ। ਔਰ ਟਾਈਪਿੰਗ ਦੌਰਾਨ ਜਿਹੜਾ ਵਾ ਆਪਣੇ ਥੋੜ੍ਹਾ ਮਸਲਸ ਨੂੰ ਜਿਹੜਾ ਸਟਰੈਚ ਕਰ ਸਕਦੇ ਜੇ ਤੁਸੀਂ, ਔਰ ਇਹਦੇ ਨਾਲ ਤੁਹਾਡੀਆਂ ਬਾਹਾਂ ਵਗੈਰਾ ਜਿਹੜੀਆਂ ਜਲਦੀ ਥੱਕਣਗੀਆਂ ਨਹੀਂ। ਔਰ ਜੋ ਰੋਜ਼ਾਨਾ ਕਸਰਤ ਕਰੋ, ਆਪਣੇ ਸਰੀਰ ਨੂੰ ਫਿੱਟ ਫਾਟ ਰੱਖੋ ਅਤੇ ਤਣਾਅ ਤੋਂ ਬਚਿਆ ਜਾ ਸਕਦਾ ਹੈ। ਸੋ ਧੰਨਵਾਦ। ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਸੀ, ਅਤੇ ਮੈਂ ਆਸ ਕਰਦਾ ਕਿ ਜਿਹੜਾ ਤੁਹਾਨੂੰ ਆ ਇੰਗਲਿਸ਼ ਔਰ ਪੰਜਾਬੀ ਦੀ ਟਾਈਪਿੰਗ ਦੇ ਬਾਰੇ 'ਚ ਕਾਫੀ ਜਾਣਕਾਰੀ ਮਿਲੀ ਹੋਏਗੀ। ਔਰ ਬਾਕੀ ਜੋ ਵੀ ਕੁਝ ਹੈ ਉਹ ਤੁਸੀਂ ਆਪਣੀ ਪ੍ਰੈਕਟਿਸ ਦੇ ਨਾਲ ਸਿੱਖ ਸਕਦੇ ਜੇ। ਸੋ ਵੱਧ ਤੋਂ ਵੱਧ ਪ੍ਰੈਕਟਿਸ ਕਰੋ ਔਰ ਇੰਗਲਿਸ਼ ਔਰ ਪੰਜਾਬੀ ਭਾਸ਼ਾ ਟਾਈਪਿੰਗ ਕਰਨੀ ਸਿੱਖ ਸਕਦੇ ਜੀ। ਧੰਨਵਾਦ।